जी प्यारिओ अस्सलाम वालेकुम वरहमतुल्लाहि वबरकातुहू। की हाल चाल है जी? ठीक ठाक हो? उम्मीद अल्लाह ताला के हुक्म दे नाल इंशाअल्लाह तुसीं सारे ठीक ठाक होवोगे। अल्लाह ताला तुहाडे सारिਆਂ ते रहमतां फरमाए। अल्लाह ताला सब ਨੂੰ ਆਪਣੇ ਹਿਫਜ਼ੋ ਮਾਨ 'ਚ ਰੱਖੇ। ਅੱਜ ਦੇ ਵੀਲੌਗ ਦੇ ਵਿੱਚ ਮੈਂ ਤੁਹਾਨੂੰ ਇੰਡੀਅਨ ਫਿਲਮ ਇੰਡਸਟਰੀ ਦੇ ਇੱਕ ਮਾਇਆ ਨਾਜ਼ ਖਿਲਾੜੀ ਅਦਾਕਾਰ ਰਾਜ ਕਪੂਰ ਸਾਹਿਬ ਜਿਨ੍ਹਾਂ ਨੇ ਇੱਕ ਫਿਲਮ ਬੋਬੀ 1973 ਦੇ ਵਿੱਚ ਬਣਾਈ ਔਰ ਉਸ ਫਿਲਮ ਦੇ ਵਿੱਚ ਉਹਨੇ ਸਾਰਾ ਅਮਲਾ ਹੀ ਚੇਂਜ ਕਰ ਦਿੱਤਾ ਤੇ ਉਹਦੇ ਵਿੱਚ ਮੌਸੀਕਾਰ ਵੀ, ਗੀਤ ਨਗਾਰ ਵੀ, ਅਦਾਕਾਰ ਵੀ, ਯਾਨੀ ਪੂਰੇ ਦਾ ਪੂਰਾ ਹੀ ਅਮਲਾ ਚੇਂਜ ਕਰ ਦਿੱਤਾ। ਉਸ ਅਮਲੇ ਨੂੰ ਚੇਂਜ ਕਰਨੇ ਦੀ ਵਜ੍ਹਾ ਕੀ ਸੀ, ਉਸ ਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਉਹਨਾਂ ਨੇ ਇਹ ਕਿਉਂ ਸਾਰਾ ਨਵਾਂ ਤਜਰਬਾ ਕੀਤਾ। ਤੇ ਲਓ ਜੀ, ਜੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ। ਤੁਹਾਡੀਆਂ ਮੁਹੱਬਤਾਂ ਦਾ ਬੜਾ ਸ਼ੁਕਰੀਆ, ਬੜੀ ਮਿਹਰਬਾਨੀ ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਮੇਰੀ ਵੀਡੀਓ ਨੂੰ ਵੇਖ ਰਹੇ ਹੋ। ਨਾਲ ਨਾਲ ਘੰਟੀ ਦੇ ਬਟਨ ਨੂੰ ਵੀ ਦਬ ਦੇਣਾ, ਬਹੁਤ ਬੜੀ ਮਿਹਰਬਾਨੀ। ਇਸ ਤਰ੍ਹਾਂ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਏਗਾ ਜਦੋਂ ਵੀ ਮੇਰੀ ਵੀਡੀਓ ਕੋਈ ਅਪਲੋਡ ਹੋਏਗੀ। ਇਹ ਰਾਜ ਕਪੂਰ ਸਾਹਿਬ ਇੱਕ ਫਿਲਮ ਇੰਡਸਟਰੀ ਦੇ ਬਹੁਤ ਬੜੇ ਫਿਲਮਸਾਜ਼, ਹਦਾਇਤਕਾਰ, ਅਦਾਕਾਰ ਸੀ। ਇਹਨਾਂ ਨੇ ਸਨ 1973 ਦੇ ਵਿੱਚ ਇੱਕ ਫਿਲਮ ਬਣਾਈ ਸੀ ਬੋਬੀ। ਉਸ ਫਿਲਮ ਦਾ ਇਹਨੇ ਸਾਰਾ ਅਮਲਾ ਹੀ ਚੇਂਜ ਕਰ ਦਿੱਤਾ। ਉਹ ਇਸ ਵਜ੍ਹਾ ਨਾਲ ਚੇਂਜ ਕੀਤਾ, ਤਬਦੀਲ ਕੀਤਾ ਕਿ ਇਹ ਗੁਰਬਤ ਦੀ ਵਜ੍ਹਾ ਨਾਲ ਮੁਆਸ਼ੀ ਹਾਲਾਤ ਇੰਨੇ ਤੰਗ ਹੋ ਗਏ ਸੀ ਕਿ ਇਹਦੇ ਕੋਲ ਪੈਸੇ ਖਤਮ ਹੋ ਗਏ ਸੀ। ਸਨ 1970 ਦੇ ਵਿੱਚ ਇੱਕ ਫਿਲਮ ਬਣੀ ਸੀ, ਮੇਰਾ ਨਾਮ ਹੈ ਜੋਕਰ। ਉਸ ਫਿਲਮ ਨੇ ਫਲਾਪ ਕਰਕੇ ਤੇ ਇਹਨੂੰ ਵੀ ਥੱਲੇ ਗੇਰ ਦਿੱਤਾ। ਇਹ ਫਿਲਮ ਇੰਨੀ ਫਲਾਪ ਹੋ ਗਈ ਕਿ ਤੁਸੀਂ ਦੇਖ ਲਓ ਇਹ ਮੁਆਸ਼ੀ ਤੌਰ ਤੇ ਬਹੁਤ ਕਮਜ਼ੋਰ ਹੋ ਗਿਆ। ਇੱਥੋਂ ਤੱਕ ਕਿ ਜਦੋਂ ਫਿਲਮ ਬੋਬੀ ਬਣਾਉਣੀ ਸੀ ਇਹਦੇ ਕੋਲ ਪੈਸਾ ਨਹੀਂ ਸੀ ਹੈਗਾ ਉਸ ਫਿਲਮ ਨੂੰ ਬਣਾਉਣ ਵਾਸਤੇ। ਇਹਨੇ ਫਿਰ ਆਪਣਾ ਘਰ ਵੀ ਗਿਰਵੀ ਰੱਖ ਦਿੱਤਾ ਔਰ ਫਿਰ ਬਹੁਤ ਜ਼ਿਆਦਾ ਕਰਜ਼ ਲਿਆ ਉਸ ਫਿਲਮ ਨੂੰ ਬਣਾਉਣ ਵਾਸਤੇ। ਇਸ ਫਿਲਮ ਦੀ ਸਟੋਰੀ ਜਦੋਂ ਲਿਖੀ ਗਈ ਸੀ, ਇਸ ਫਿਲਮ ਦੇ ਵਿੱਚ ਰਾਜੇਸ਼ ਖੰਨਾ ਨੂੰ ਕਾਸਟ ਕਰਨਾ ਸੀ। ਇਹ ਉਹਨਾਂ ਵਾਸਤੇ ਸਟੋਰੀ ਲਿਖੀ ਗਈ ਸੀ, ਲੇਕਿਨ ਰਾਜ ਕਪੂਰ ਕੋਲ ਇੰਨਾ ਪੈਸਾ ਨਹੀਂ ਸੀ ਕਿ ਉਹਨਾਂ ਨੂੰ ਉਹਦਾ ਮੁਆਵਜ਼ਾ ਅਦਾ ਕਰ ਸਕਦੇ। ਉਹਨਾਂ ਨੇ ਫਿਰ ਆਖਰ ਤੇ ਆਪਣੇ ਬੇਟੇ ਰਸ਼ੀ ਕਪੂਰ ਨੂੰ ਹੀ ਇਸ ਫਿਲਮ ਦੇ ਵਿੱਚ ਕਾਸਟ ਕਰ ਲਿਆ। ਰਸ਼ੀ ਕਪੂਰ ਦੀ ਸਮਝੋ ਲਾਟਰੀ ਨਿਕਲ ਆਈ ਔਰ ਇਸ ਫਿਲਮ ਨੂੰ ਹੀਰੋਇਨ ਦੀ ਹੁਣ ਜ਼ਰੂਰਤ ਸੀ। ਇਹਨਾਂ ਨੇ ਪਹਿਲਾਂ ਨੀਥੂ ਸਿੰਘ ਨੂੰ ਕਾਸਟ ਕਰਨਾ ਚਾਹਿਆ ਔਰ ਉਹਦਾ ਐਡੀਸ਼ਨ ਜਿਸ ਵੇਲੇ ਲਿਆ ਤੇ ਉਹਨੂੰ ਫੇਲ ਕਰ ਦਿੱਤਾ। ਉਹਨੂੰ ਕਿਹਾ ਕਿ ਤੇਰਾ ਕੱਦ ਜਿਹੜਾ ਉਹ ਬੜਾ ਆ, ਲੰਬਾ ਆ ਅਦਾਕਾਰ ਦੀ ਨਿਸਬਤ, ਇਸ ਵਾਸਤੇ ਉਹਨੂੰ ਫਿਰ ਅਨਫਿਟ ਕਰ ਦਿੱਤਾ, ਉਹਨੂੰ ਕਾਸਟ ਨਹੀਂ ਫਿਲਮ ਦੇ ਵਿੱਚ ਕੀਤਾ। ਉਸ ਤੋਂ ਬਾਅਦ ਫਿਰ ਇਹਨਾਂ ਦੇ ਇੱਕ ਦੋਸਤ ਚੰਨੀ ਭਾਈ ਕਪਾਡੀਆ ਸੀ, ਉਹਨਾਂ ਦੀ ਬੇਟੀ ਡਿੰਪਲ ਕਪਾਡੀਆ, ਉਹਨੂੰ ਇਹਨਾਂ ਨੇ ਬਤੌਰ ਹੀਰੋਇਨ ਇਸ ਫਿਲਮ ਦੇ ਵਿੱਚ ਕਾਸਟ ਕੀਤਾ। ਔਰ ਇਹ ਫਿਲਮ ਜਿਹੜੀ ਸੀ ਰਾਜ ਕਪੂਰ ਸਾਹਿਬ ਦੇ ਖਾਬਾਂ ਦੀ ਇੱਕ ਤਾਬੀਰ ਸੀ, ਜਿਹੜਾ ਖਾਬ ਉਹਨਾਂ ਨੇ ਅਦਾਕਾਰ ਨਰਗਸ ਦੇ ਰੂਪ ਦੇ ਵਿੱਚ ਵੇਖਿਆ ਸੀ। ਤੇ ਇਸ ਵਾਸਤੇ ਉਹ ਕਹਿੰਦੇ ਨੇ ਕਿ ਇਸ ਫਿਲਮ ਵਿੱਚ ਅਦਾਕਾਰ ਦੀ ਬਜਾਏ ਹੀਰੋਇਨ ਦੀ ਜ਼ਿਆਦਾ ਜ਼ਰੂਰਤ ਆ, ਉਹਦੀ ਮੰਗ ਜ਼ਿਆਦਾ ਆ। ਤੇ ਇਸ ਵਾਸਤੇ ਉਹਨਾਂ ਨੇ ਫਿਰ ਡਿੰਪਲ ਕਪਾਡੀਆ ਨੂੰ ਇਸ ਫਿਲਮ ਦੇ ਵਿੱਚ ਕਾਸਟ ਕੀਤਾ, ਜਿਹੜੀ ਦੀ ਉਸ ਵੇਲੇ ਉਮਰ 15 ਸਾਲ ਸੀ। ਇਹ ਸਨ ਦੇਖ ਲਓ ਵੀ 73 ਦੇ ਵਿੱਚ ਫਿਲਮ ਰਿਲੀਜ਼ ਹੋਈ ਸੀ, 51 ਸਾਲ ਪੁਰਾਣੀ ਫਿਲਮ। ਕੁਝ ਫਿਲਮਾਂ ਐਸੀਆਂ ਹੁੰਦੀਆਂ ਨੇ ਕਿ ਮਾਜ਼ੀ ਦੇ ਵਿੱਚ ਗੁਮਨਾਮ ਮੀਂਹ ਦੇ ਵਿੱਚ ਚਲੇ ਜਾਂਦੀਆਂ, ਉਹਨਾਂ ਦਾ ਕੋਈ ਅਤਾ ਪਤਾ ਨਹੀਂ ਹੁੰਦਾ। ਲੇਕਿਨ ਕੁਝ ਫਿਲਮਾਂ ਐਸੀਆਂ ਹੁੰਦੀਆਂ ਕਿ ਉਹ ਆਪਣੇ ਟ੍ਰੈਂਡ ਦੇ ਹਿਸਾਬ ਨਾਲ ਚੱਲਦੀਆਂ ਰਹਿੰਦੀਆਂ। ਔਰ ਇਹ ਫਿਲਮ ਇੱਕ ਐਸੀ ਫਿਲਮ ਸੀ ਕਿ ਇਹਨੂੰ ਬਹੁਤ ਜ਼ਿਆਦਾ ਮਸ਼ਹੂਰੀ ਮਿਲੀ ਜਦੋਂ ਇਹ ਬਣੀ। ਹੁਣ ਇਹਦੇ ਵਿੱਚ ਅਦਾਕਾਰ ਰਸ਼ੀ ਕਪੂਰ ਔਰ ਡਿੰਪਲ ਕਪਾਡੀਆ ਦੋਨਾਂ ਨੂੰ
ਕਾਸਟ ਕੀਤਾ। ਅੱਗੇ ਆ ਗਿਆ ਜਿਸ ਵੇਲੇ ਮੌਸੀਕੀ ਦਾ ਮਰਹਲਾ। ਇਹਦੀ ਮੌਸੀਕੀ ਸ਼ੰਕਰ ਜੇ ਕਿਸ਼ਨ ਨੇ ਤਿਆਰ ਕੀਤੀ ਸੀ, ਤੇ ਲੇਕਿਨ ਉਹਨਾਂ ਨੇ ਉਹਨੂੰ ਵੀ ਸਾਈਡ ਤੇ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਮੈਂ ਇਸ ਦੀ ਮੌਸੀਕੀ ਵੀ ਇੱਕ ਨਵੇਂ ਅੰਦਾਜ਼ ਦੇ ਵਿੱਚ ਤਿਆਰ ਕਰਾਂਗਾ, ਕਿਉਂਕਿ ਸਾਡੀ ਮੌਸੀਕੀ ਬੜੀ ਪੁਰਾਣੀ ਹੋ ਗਈ ਆ। ਔਰ ਫਿਰ ਰਾਜ ਕਪੂਰ ਸਾਹਿਬ ਨੇ ਲక్ష్ਮੀਕਾਂਤ ਪਿਆਰੇ ਲਾਲ ਨਾਲ ਰਾਬਤਾ ਕੀਤਾ। ਦੱਸਦੇ ਨੇ ਕਿ ਰਾਜ ਕਪੂਰ ਸਾਹਿਬ ਲక్ష్ਮੀਕਾਂਤ ਪਿਆਰੇ ਲਾਲ ਨੂੰ ਇੱਕ ਪਾਰਟੀ ਦੇ ਵਿੱਚ ਮਿਲੇ ਔਰ ਉਹਨਾਂ ਨੂੰ ਦੱਸਿਆ ਕਿ ਇਸ ਜਿਹੜੀ ਫਿਲਮ ਬੌਬੀ ਮੈਂ ਬਣਾ ਰਿਹਾ ਉਹਦੀ ਮੌਸੀਕੀ ਨੂੰ ਤੁਸੀਂ ਤਿਆਰ ਕਰੋ, ਕਿਉਂਕਿ ਸਾਡੇ ਫਿਲਮ ਇੰਡਸਟਰੀ ਦੀ ਮੌਸੀਕੀ ਜਿਹੜੀ ਆ ਬੜੀ ਪੁਰਾਣੀ ਹੋ ਚੁੱਕੀ ਆ। ਇਹਦੇ ਵਿੱਚ ਮੈਂ ਇੱਕ ਨਵਾਂ ਹੀ ਤਜਰਬਾ ਕਰਨਾ ਚਾਹੁੰਦਾ, ਇਹਦੀ ਮੌਸੀਕੀ ਤੁਸੀਂ ਤਿਆਰ ਕਰੋ। ਇਸ ਫਿਲਮ ਦੇ ਗੀਤ ਨਗਾਰ ਜਿਹੜੇ ਸੀ ਗੀਤ ਲਿਖਦੇ ਹੁੰਦੇ ਸੀ। ਹਾਲਾਂਕਿ ਰਾਜ ਕਪੂਰ ਦੀਆਂ ਸਾਰੀਆਂ ਫਿਲਮਾਂ ਵਾਸਤੇ ਉਹਨਾਂ ਨੇ ਗੀਤ ਲਿਖੇ। ਉਹਦੇ ਵਿੱਚ ਸ਼ੈਲੇਂਦਰ ਔਰ ਹਸਰਤ ਜੈਪੁਰੀ ਉਹਨਾਂ ਨੇ ਉਹਨੂੰ ਵੀ ਸਾਈਡ ਤੇ ਕਰ ਦਿੱਤਾ ਔਰ ਆਨੰਦ ਬਖਸ਼ੀ ਦੇ ਨਾਲ ਰਾਬਤਾ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਮੇਰੀ ਫਿਲਮ ਵਾਸਤੇ ਤੁਸੀਂ ਗਾਣੇ ਲਿਖੋ, ਗੀਤ ਲਿਖੋ। ਇਸ ਤਰ੍ਹਾਂ ਉਹਨਾਂ ਨੇ ਆਪਣੇ ਮੌਸੀਕਾਰ ਔਰ ਗੀਤ ਨਗਾਰ ਦੋਨੋਂ ਬਦਲ ਦਿੱਤੇ। ਔਰ ਫਿਰ ਇਹਦੇ ਵਿੱਚ ਉਹ ਆਵਾਜ਼ ਦਾ ਇੱਕ ਜਾਦੂ ਅਲੱਗਾ ਹੀ ਕਿਸਮ ਦਾ ਜਗਾਉਣਾ ਚਾਹੁੰਦੇ ਸੀ ਕਿ ਜਿਹੜਾ ਰਿਸ਼ੀ ਕਪੂਰ 'ਤੇ ਫਿਲਮਾਇਆ ਜਾਏ। ਉਹ ਕਹਿੰਦੇ ਸੀ ਕਿ ਇਹਦੇ ਵਿੱਚ ਗੁਲੂਕਾਰ ਵੀ ਨਵਾਂ ਹੀ ਲੈ ਕੇ ਆਵੋ। ਇਸ ਤਰ੍ਹਾਂ ਉਹਨਾਂ ਨੇ ਫਿਰ ਸ਼ੈਲੇਂਦਰ ਸਿੰਘ ਨੂੰ ਲੈ ਕੇ ਆਏ ਗੁਲੂਕਾਰੀ ਵਾਸਤੇ ਔਰ ਉਹਦੀ ਆਵਾਜ਼ ਦਾ ਜਾਦੂ ਜਿਹੜਾ ਇਸ ਫਿਲਮ ਦੇ ਵਿੱਚ ਫਿਰ ਚੱਲਿਆ। ਇਸ ਤਰ੍ਹਾਂ ਉਹਨਾਂ ਨੇ ਇਸ ਫਿਲਮ ਦੀ ਸਟੋਰੀ ਜਿਹੜੀ ਸੀ ਔਰ ਪੂਰਾ ਅਮਲੇ ਦਾ ਅਮਲਾ ਹੀ ਬਦਲ ਦਿੱਤਾ। ਅੱਗੇ ਜਾ ਕੇ ਫਿਰ ਦੇਖ ਲਓ ਤੁਸੀਂ, ਇਹ ਜਿਹੜੀ ਡਿੰਪਲ ਕਪਾੜੀਆ ਸੀ ਇਹਨੇ ਰਾਜੇਸ਼ ਖੰਨਾ ਨਾਲ ਸ਼ਾਦੀ ਕਰ ਲਈ। ਜਿਸ ਵੇਲੇ ਉਹਨੇ ਸ਼ਾਦੀ ਕਰ ਲਈ ਉਹ ਫਿਲਮਾਂ ਤੋਂ ਆਊਟ ਹੋ ਗਈ ਔਰ ਇਸ ਫਿਲਮ ਦਾ ਫਿਰ ਸਾਰਾ ਜਿਹੜਾ ਕ੍ਰੈਡਿਟ ਸੀ ਉਹ ਰਿਸ਼ੀ ਕਪੂਰ ਨੇ ਹਾਸਲ ਕੀਤਾ, ਉਹਨੂੰ ਮਿਲ ਗਿਆ। ਕਿਉਂਕਿ ਡਿੰਪਲ ਕਪਾੜੀਆ ਤਾਂ ਅਲੱਗਾ ਹੋ ਗਈ ਨਾ ਫਿਲਮਾਂ ਤੋਂ, ਉਹਨੇ ਰਾਜੇਸ਼ ਖੰਨਾ ਦੇ ਨਾਲ ਫਿਰ ਸ਼ਾਦੀ ਕਰ ਲਈ, ਫਿਰ ਸਾਈਡ 'ਤੇ ਹੋ ਗਈ। ਇਸ ਤਰ੍ਹਾਂ ਇਹ ਫਿਲਮ ਫਿਰ ਬਹੁਤ ਜ਼ਿਆਦਾ ਹਿੱਟ ਹੋਈ, ਕਾਮਯਾਬ ਹੋ ਗਈ। ਔਰ ਇਸ ਫਿਲਮ ਦਾ ਜਿਹੜਾ ਐਂਡ ਸੀ, ਰਾਜ ਕਪੂਰ ਸਾਹਿਬ ਇਸ ਫਿਲਮ ਦਾ ਸੀ ਉਹ ਕਰਨਾ ਚਾਹੁੰਦੇ ਸੀ ਕਿ ਇਸ ਫਿਲਮ ਦੇ ਵਿੱਚ ਅਦਾਕਾਰ ਔਰ ਹੀਰੋਇਨ ਦੋਨੋਂ ਮਰ ਜਾਂਦੇ ਸੀ। ਤੇ ਲੇਕਿਨ ਡਿਸਟ੍ਰੀਬਿਊਟਰ ਨੇ ਕਿਹਾ ਕਿ ਅਗਰ ਅਸੀਂ ਇਸ ਫਿਲਮ ਦਾ ਐਂਡ ਇਸ ਤਰ੍ਹਾਂ ਕੀਤਾ ਤੇ ਡਿਸਟ੍ਰੀਬਿਊਟਰ ਨੇ ਕਿਹਾ ਕਿ ਜਿਸ ਤਰ੍ਹਾਂ ਇਹ ਮਰ ਜਾਂਦੇ ਨੇ ਐਂਡ ਤੇ ਅਸੀਂ ਵੀ ਮਰ ਜਾਵਾਂਗੇ, ਇਹਦਾ ਐਂਡ ਜਿਹੜਾ ਹੈ ਨਾ ਉਹ ਗਲਤ ਹੋ ਜਾਏਗਾ, ਤੁਸੀਂ ਇਸ ਤਰ੍ਹਾਂ ਨਾ ਕਰੋ। ਇਸ ਤਰ੍ਹਾਂ ਫਿਰ ਇਸ ਫਿਲਮ ਦੇ ਵਿੱਚ ਫਿਰ ਜਿਹੜਾ ਰਿਸ਼ੀ ਕਪੂਰ ਨੂੰ ਡਿੰਪਲ ਕਪਾੜੀਆ ਦੇ ਵਾਲਦ ਪ੍ਰੇਮ ਨਾਥ ਬਚਾਉਂਦੇ ਨੇ ਔਰ ਡਿੰਪਲ ਕਪਾੜੀਆ ਨੂੰ ਫਿਰ ਪ੍ਰਾਣ ਜਿਹੜੇ ਨੇ ਉਹ ਬਚਾਉਂਦੇ ਨੇ। ਇਸ ਤਰ੍ਹਾਂ ਇਸ ਫਿਲਮ ਦਾ ਐਂਡ ਹੋਇਆ ਤੇ ਇਹ ਫਿਲਮ ਫਿਰ ਸ਼ੋਹਰਤ ਦੀਆਂ ਬੁਲੰਦੀਆਂ ਤੇ ਪਹੁੰਚ ਗਈ ਔਰ ਇਸ ਫਿਲਮ ਦੀ ਵਜ੍ਹਾ ਨਾਲ ਫਿਰ ਰਾਜ ਕਪੂਰ ਮੁਆਸ਼ੀ ਤੌਰ ਤੇ ਯਾਨੀ ਜਿਹੜੀ ਉਹਦੇ ਕੋਲ ਪੈਸਾ ਨਹੀਂ ਸੀ ਹੈਗਾ, ਬੜਾ ਪੈਸਾ ਆ ਗਿਆ, ਬੜਾ ਮਜ਼ਬੂਤ ਹੋ ਗਿਆ। ਇਸ ਤਰ੍ਹਾਂ ਫਿਰ ਇਹ ਫਿਲਮ ਤਰੱਕੀ ਦੀਆਂ ਰਾਹਾਂ ਤੈਅ ਕਰਦੀ ਗਈ। ਫਿਰ ਉਸ ਵਕਤ ਬੌਬੀ ਨਾਮ ਜਿਹੜਾ ਇਸ ਫਿਲਮ ਦਾ ਰੱਖਿਆ ਸੀ, ਲੜਕੇ ਔਰ ਲੜਕੀਆਂ ਦੀ ਨਜ਼ਰ ਦੇ ਵਿੱਚ ਇੰਨੀ ਮਸ਼ਹੂਰ ਹੋ ਗਈ ਕਿ ਲੋਕਾਂ ਨੇ ਫਿਰ ਆਪਣੇ ਨਾਮ ਹੀ ਜਿਹੜੇ ਨਵੇਂ ਪੈਦਾ ਹੋਣੇ ਵਾਲੇ ਬੱਚੇ ਸੀ ਉਹਨਾਂ ਦਾ ਨਾਮ ਹੀ ਉਸ ਵਕਤ ਬੌਬੀ ਬੜਾ ਰੱਖਿਆ, ਕਿਉਂਕਿ ਟ੍ਰੈਂਡ ਚੱਲ ਗਿਆ ਸੀ। ਉਹ ਫਿਲਮ ਨੇ ਫਿਰ ਮਸ਼ਹੂਰੀ ਬੜੀ ਹਾਸਲ ਕੀਤੀ ਸੀ ਤੇ ਇਸ ਤਰ੍ਹਾਂ ਇਹ ਫਿਲਮ ਸੀ ਜਿਹੜੀ ਮੁਕੰਮਲ ਕੀਤੀ ਗਈ। ਇਸ ਫਿਲਮ ਦੇ ਵਿੱਚ ਫਿਰ ਅਦਾਕਾਰ ਪ੍ਰਾਣ ਨੂੰ ਛੋਟਾ ਜਿਹਾ ਕਿਰਦਾਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਫਿਰ ਅਦਾਕਾਰ ਪ੍ਰਾਣ ਨੂੰ ਵੀ ਕੰਮ ਮਿਲਣਾ ਸ਼ੁਰੂ ਹੋ ਗਿਆ, ਕਿਉਂਕਿ ਇਸ ਫਿਲਮ ਜਦੋਂ ਇੱਕ ਫਿਲਮ ਹਿੱਟ ਹੋ ਜਾਏ ਉਹਦੇ ਵਿੱਚ ਜਿੰਨੇ ਵੀ ਅਦਾਕਾਰ ਹੁੰਦੇ ਨੇ ਉਹ ਸਾਰੇ ਮਸ਼ਹੂਰ ਹੋ ਜਾਂਦੇ ਨੇ। ਇਸ ਤਰ੍ਹਾਂ ਅਦਾਕਾਰ ਪ੍ਰਾਣ ਨੂੰ ਵੀ ਇਸ ਫਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਔਰ ਫਿਰ ਉਹਨੂੰ ਅੱਗੇ ਫਿਊਚਰ ਦੇ ਵਿੱਚ ਆਉਣ ਵਾਲੇ ਵਕਤ ਦੇ ਵਿੱਚ ਵੀ ਫਿਲਮਾਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲ ਗਿਆ। ਇਸ ਫਿਲਮ ਦਾ ਫਿਰ ਐਂਡ ਸੀ ਜਿਹੜਾ ਖਵਾਜਾ ਅਹਿਮਦ ਅੱਬਾਸ ਨੇ ਜਿਹੜਾ ਸੀ ਨਾ ਉਹ ਸਹੀ ਕੀਤਾ
ਔਰ ਕਰਕੇ ਇਸ ਤਰ੍ਹਾਂ ਇਸ ਫਿਲਮ ਦਾ ਫਿਰ ਐਂਡ ਹੋ ਗਿਆ ਤੇ ਔਰ ਫਿਰ ਇਸ ਫਿਲਮ ਨੇ ਬੜਾ ਬਿਜ਼ਨਸ ਕੀਤਾ ਤੇ ਉਮੀਦ ਆ ਅੱਜ ਦੀ ਸਟੋਰੀ ਤੁਹਾਨੂੰ ਪਸੰਦ ਆਈ ਹੋਏਗੀ। ਇਹਦੇ ਬਹੁਤ ਮਸ਼ਹੂਰ ਗਾਣੇ ਨੇ ਔਰ ਉਹ ਗਾਣਾ ਮੈਂ ਤੁਹਾਨੂੰ ਸੁਣਾਉਣਾ, आओ वो गाना भी सुन लो। अस्सलाम वालेकुम वरहमतुल्लाहि वबरकातुहू। तो रहा हूँ।